ਸਵਾਗਤ ਹੈ ਜੀ ਤੁਹਾਡਾ ਗਿੱਲ ਸਮਾਰਟ ਸਟੱਡੀ ਦੇ ਵਿੱਚ। ਸੋ ਅੱਜ ਤੋਂ ਆਪਾਂ ਜੀਕੇ ਦੇ ਵਿੱਚ ਸਟਾਰਟ ਕਰਨ ਜਾ ਰਹੇ ਹਾਂ ਇੰਡੀਅਨ ਪੋਲਿਟੀ। ਸੋ ਇੰਡੀਅਨ ਪੋਲਿਟੀ ਨੂੰ ਆਪਾਂ ਬਿਲਕੁਲ ਜੜ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ 'ਚ ਜੋ ਇੰਡੀਅਨ ਪੋਲਿਟੀ ਹੈ ਉਹ ਹੈ ਕੀ ਹੈ ਔਰ ਜੋ ਇੰਡੀਅਨ ਪੋਲਿਟੀ ਹੈ ਉਹ ਰਨ ਕਿਸ ਤਰ੍ਹਾਂ ਕਰਦੀ ਹੈਗੀ। ਸੋ ਆਪਾਂ ਇੰਡੀਅਨ ਪੋਲਿਟੀ ਨੂੰ ਫੁੱਲ ਡਿਟੇਲ ਦੇ ਵਿੱਚ ਪੜਾਂਗੇ ਔਰ ਇੰਡੀਅਨ ਪੋਲਿਟੀ ਦੀਆਂ ਕਲਾਸਿਸ ਖਤਮ ਹੁੰਦੇ ਹੁੰਦੇ ਆਪਾਂ ਇਹ ਸ਼ੋਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਪਣਾ ਕੋਈ ਵੀ ਡਾਊਟ ਇਸ ਰਿਲੇਟਡ ਨਾ ਬਚੇ। ਸੋ ਆਪਾਂ ਇੰਡੀਅਨ ਪੋਲਿਟੀ ਦੀ ਸ਼ੁਰੂਆਤ ਕਰਦੇ ਹਾਂ ਜੀ 1599 ਤੋਂ, ਜਦੋਂ ਕਿ ਪਹਿਲਾ ਅੰਗਰੇਜ਼ ਭਾਰਤ ਦੇ ਵਿੱਚ ਆਉਂਦਾਗਾ। ਸੋ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜੋ ਆਪਣੀ ਇੰਡੀਅਨ ਪੋਲਿਟੀ ਹੈ ਉਹ ਕਿਸ ਤਰ੍ਹਾਂ ਚੱਲਦੀ ਹੈ, ਕਿਸ ਤਰ੍ਹਾਂ ਰਨ ਕਰਦੀ ਹੈਗੀ ਔਰ ਆਪਣਾ ਜੋ ਸੰਵਿਧਾਨ ਹੈਗਾ ਉਸ ਦਾ ਵਿਕਾਸ ਕਿਸ ਤਰ੍ਹਾਂ ਹੁੰਦਾਗਾ। ਸੋ ਆਪਾਂ ਸਭ ਤੋਂ ਪਹਿਲਾਂ ਹੈਡਿੰਗ ਪਾਵਾਂਗੇ ਜੀ ਇੰਡੀਅਨ ਪੋਲਿਟੀ। ਸੋ ਜੇਕਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਭਾਰਤੀ ਰਾਜ ਵਿਵਸਥਾ। ਸੋ ਨਾਮ ਤੋਂ ਹੀ ਤੁਹਾਨੂੰ ਪਤਾ ਲੱਗਦਾ ਹੋਵੇਗਾ ਕਿ ਅਸਲ 'ਚ ਇੰਡੀਅਨ ਪੋਲਿਟੀ ਹੈ ਕੀ ਹੈਗੀ। ਸੋ ਰਾਜ ਵਿਵਸਥਾ ਤੋਂ ਮਤਲਬ ਕੀ ਹੈ? ਰਾਜ ਵਿਵਸਥਾ ਤੋਂ ਮਤਲਬ ਹੈਗਾ ਜੀ ਰਾਜ ਕਰਨ ਦੀ ਵਿਵਸਥਾ। ਸੋ ਜੋ ਭਾਰਤ ਵਿੱਚ ਰਾਜ ਕਰਨ ਦੀ ਵਿਵਸਥਾ ਹੈ ਉਸ ਨੂੰ ਆਪਾਂ ਨਾਮ ਦਿੰਦੇ ਆ ਭਾਰਤੀ ਰਾਜ ਵਿਵਸਥਾ, ਜਾ ਕੇ ਆਪਾਂ ਕਹਿ ਦਿੰਦੇ ਆ ਇੰਡੀਅਨ ਪੋਲਿਟੀ ਦਾ। ਸੋ ਆਪਾਂ ਦੇਖਦੇ ਆਂਗੇ ਹਰੇਕ ਦੇਸ਼ ਦੇ ਕੋਲ ਕੀ ਹੈਗਾ ਆਪਣਾ ਇੱਕ ਲਿਖਤੀ ਵਿਧਾਨ ਹੁੰਦਾਗਾ ਜਿਸ ਅਨੁਸਾਰ ਉਹ ਦੇਸ਼ ਆਪਣਾ ਪ੍ਰਸ਼ਾਸਨ ਚਲਾਉਂਦਾਗਾ ਔਰ ਉਸ ਨੂੰ ਕੀ ਆਖਿਆ ਜਾਂਦਾਗਾ? ਉਸ ਨੂੰ ਆਖਿਆ ਜਾਂਦਾ ਜੀ ਸੰਵਿਧਾਨ। ਸੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜੋ ਆਪਣੀ ਇੰਡੀਅਨ ਪੋਲਿਟੀ ਦੀ ਸ਼ੁਰੂਆਤ ਹੈਗੀ ਆਪਣੇ ਕੋਲ ਯੂਰਪੀਅਨ ਬ੍ਰਿਟਿਸ਼ ਦੇ ਆਗਮਨ ਤੋਂ ਹੀ ਸ਼ੁਰੂ ਹੋ ਜਾਂਦੀ ਹੈਗੀ। ਸੋ ਆਪਾਂ ਦੇਖਦੇ ਆਂਗੇ ਭਾਰਤ ਦੇ ਵਿੱਚ ਯੂਰਪੀਅਨ ਕੰਪਨੀਆਂ ਆਉਂਦੀਆਂ ਨੇਗੀਆਂ, ਉਹਨਾਂ ਦੇ ਵਿੱਚ ਆਪਾਂ ਦੇਖਦੇ ਆਂਗੇ ਕਿ ਜੋ ਸਭ ਤੋਂ ਪਹਿਲਾਂ ਕਿਹੜੇ ਨੇ? ਸਭ ਤੋਂ ਪਹਿਲਾਂ ਪੁਰਤਗਾਲੀ, ਫਿਰ ਡੱਚ ਔਰ ਉਸ ਤੋਂ ਬਾਅਦ ਆਪਣੇ ਕੋਲ ਡੈਨਿਸ ਔਰ ਜੋ ਲਾਸਟ ਤੇ ਆਉਂਦੇ ਨੇ ਉਹ ਆਉਂਦੇ ਨੇ ਫ੍ਰੈਂਚ। ਸੋ ਇਹ ਕੰਪਨੀਆਂ ਜੋ ਭਾਰਤ ਦੇ ਵਿੱਚ ਆਉਂਦੀਆਂ ਸੀ, ਇਹ ਲੋਕ ਜੋ ਭਾਰਤ ਦੇ ਵਿੱਚ ਆਏ ਸੀਗੇ ਇਹਨਾਂ ਦੇ ਦੋ ਮਕਸਦ ਸੀਗੇ। ਸੋ ਉਹਨਾਂ ਦੋ ਮਕਸਦਾਂ ਦੇ ਵਿੱਚੋਂ ਜੋ ਸਭ ਤੋਂ ਪਹਿਲਾ ਮੋਟਿਵ ਸੀਗਾ ਇਹਨਾਂ ਦਾ ਉਹ ਸੀਗਾ ਭਾਰਤ ਵਿੱਚ ਵਪਾਰ ਕਰਨਾ ਔਰ ਜੋ ਸੈਕੰਡ ਆਪਾਂ ਕਹਿ ਸਕਦੇ ਹਾਂਗੇ ਭਾਰਤ ਦੇ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ। ਸੋ ਇਹ ਦੋ ਮਕਸਦ ਲੈ ਕੇ ਇਹ ਕੰਪਨੀਆਂ ਕੀ ਨੇਗੀਆਂ ਭਾਰਤ ਦੇ ਵਿੱਚ ਆਉਂਦੀਆਂ ਨੇਗੀਆਂ ਔਰ ਆਪਾਂ ਦੇਖਦੇ ਹਾਂਗੇ ਅੰਗਰੇਜ਼ਾਂ ਦੇ ਆਉਣ ਦੇ ਸਮੇਂ ਜੋ ਭਾਰਤ ਦੇ ਵਿੱਚ ਕੀ ਸੀਗਾ ਮੁਗਲ ਸਾਮਰਾਜ ਚੱਲ ਰਿਹਾ ਸੀਗਾ। ਪਰ ਆਪਾਂ ਦੇਖਿਆਗਾ ਕਿ ਪੁਰਤਗਾਲੀ ਆਏ, ਡੱਚ ਆਏ, ਡੈਨਿਸ ਆਏ, ਫ੍ਰੈਂਚ ਆਏ, ਪਰ ਇਹਨਾਂ ਦੇ ਵਿੱਚੋਂ ਜੋ ਸਭ ਤੋਂ ਜ਼ਿਆਦਾ ਸਮਾਰਟ ਰਹੇ ਉਹ ਕੌਣ ਰਹੇ? ਉਹ ਰਹੇ ਜੀ ਅੰਗਰੇਜ਼, ਜੋ ਕਿ ਤੁਸੀਂ ਭਲੀ ਭਾਂਤੀ ਜਾਣਦੇ ਹੋਗੇ। ਸੋ ਆਪਾਂ ਦੇਖਦੇ ਹਾਂ ਕਿ ਅੰਗਰੇਜ਼ ਜਦੋਂ ਭਾਰਤ ਦੇ ਵਿੱਚ ਆਏ ਤਾਂ ਉਸ ਟਾਈਮ ਕੀ ਹੈਗਾ ਭਾਰਤ ਦੇ ਉੱਪਰ ਜੋ ਮੁਗਲ ਸਾਮਰਾਜ ਚੱਲ ਰਿਹਾ ਸੀਗਾ ਭਾਰਤ ਦੇ ਵਿੱਚ। ਸੋ ਉਸ ਟਾਈਮ ਮੁਗਲ ਬਾਦਸ਼ਾਹ ਸੀਗਾ ਅਕਬਰ। ਸੋ ਅਕਬਰ ਦੇ ਸਮੇਂ ਹੀ ਪਹਿਲਾ ਅੰਗਰੇਜ਼ ਭਾਰਤ ਦੇ ਵਿੱਚ ਆਉਂਦਾਗਾ ਔਰ ਯਾਦ ਰੱਖਣਾ ਉਸ ਟਾਈਮ ਜੋ ਆਪਣੇ ਕੋਲੇ ਮਹਾਰਾਣੀ ਸੀਗੀ ਬ੍ਰਿਟੇਨ ਦੀ ਉਹ ਕੌਣ ਸੀ? ਐਲਿਜ਼ਾਬੇਥ ਪ੍ਰਥਮ। ਐਲਿਜ਼ਾਬੇਥ ਪ੍ਰਥਮ ਮਹਾਰਾਣੀ ਹੀ ਇੱਕ ਅਜਿਹੀ ਰਾਣੀ ਸੀ ਜਿਸ ਨੇ ਕੀ ਕੀਤਾ ਸੀਗਾ ਵਪਾਰੀਆਂ ਦਾ ਇੱਕ ਗਰੁੱਪ ਸੀ ਜਿਸ ਦਾ ਨਾਮ ਕੀ ਸੀਗਾ? ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾਗਾ ਮਰਚੈਂਟ ਐਡਵੈਂਚਰ। ਸੋ ਇਹ ਯਾਦ ਰੱਖਿਓ, ਕਈ ਵਾਰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾਗਾ। ਸੋ ਵਪਾਰੀਆਂ ਦਾ ਇੱਕ ਗਰੁੱਪ ਸੀਗਾ ਮਰਚੈਂਟ ਐਡਵੈਂਚਰ। ਇਹ ਮਹਾਰਾਣੀ ਐਲਿਜ਼ਾਬੇਥ ਕੋਲ ਜਾਂਦਾਗਾ ਔਰ ਐਲਿਜ਼ਾਬੇਥ ਤੋਂ ਪਰਮਿਸ਼ਨ ਮੰਗਦਾਗਾ ਕਿ ਸਾਨੂੰ ਬਾਹਰਲੇ ਦੇਸ਼ਾਂ ਜਾਣੀ ਕਿ ਪੂਰਬੀ ਦੇਸ਼ਾਂ ਔਰ ਭਾਰਤ ਨਾਲ ਵਪਾਰ ਕਰਨ ਦਾ ਅਧਿਕਾਰ ਦਿੱਤਾ ਜਾਵੇ। ਸੋ ਜੋ ਆਪਣੇ ਕੋਲ ਐਲਿਜ਼ਾਬੇਥ ਪ੍ਰਥਮ ਹੈਗੀ ਉਹ ਇਸ ਗਰੁੱਪ ਨੂੰ ਅਧਿਕਾਰ ਦੇ ਦਿੰਦੀ ਹੈ ਕਿ ਤੁਸੀਂ ਜਾ ਕੇ ਪੂਰਬੀ ਦੇਸ਼ਾਂ ਅਤੇ ਜੋ ਭਾਰਤ ਨਾਲ 15 ਸਾਲ ਤੱਕ ਤੁਸੀਂ ਵਪਾਰ ਕਰ ਸਕਦੇ ਹੋ। ਬ੍ਰਿਟੇਨ ਤੋਂ ਹੋਰ ਕੋਈ ਵੀ ਵਪਾਰੀ ਜਾ ਕੇ ਇਹਨਾਂ ਦੇਸ਼ਾਂ ਦੇ ਵਿੱਚ ਵਪਾਰ ਨਹੀਂ ਕਰੇਗਾ। ਇਹ ਤੁਹਾਡਾ ਵਪਾਰ ਕੇਵਲ ਤੁਸੀਂ ਕਰ ਸਕਦੇ ਹੋ। ਸੋ ਇਸੇ ਨੂੰ ਹੀ ਕੀ ਹੈਗਾ ਸਨ 1600 ਦਾ ਚਾਰਟਰ ਜਾਂ ਰਾਜਲੇਖ ਆਖਿਆ ਜਾਂਦਾਗਾ। ਸੋ ਇਹ ਗਰੁੱਪ ਮਹਾਰਾਣੀ ਤੋਂ ਪਰਮਿਸ਼ਨ ਲੈ ਕੇ ਕੀ ਆਉਂਦਾਗਾ ਭਾਰਤ ਆਉਂਦਾਗਾ, ਜਾਣੀ ਕਿ ਇਸੇ ਅਧਿਕਾਰ ਪੱਤਰ ਨੂੰ ਆਪਣੇ ਕੋਲ 31 ਦਸੰਬਰ ਸਨ 1600 ਨੂੰ ਮਹਾਰਾਣੀ ਐਲਿਜ਼ਾਬੇਥ ਪ੍ਰਥਮ ਸਾਈਨ ਕਰਦੀ ਹੈ ਔਰ ਆਪਣੇ ਕੋਲ ਭਾਰਤ ਦੇ ਵਿੱਚ ਸਥਾਪਿਤ ਹੁੰਦੀ ਹੈ ਈਸਟ ਇੰਡੀਆ ਕੰਪਨੀ। ਸੋ ਜੋ ਈਸਟ ਇੰਡੀਆ ਕੰਪਨੀ ਦੀ ਸ਼ੁਰੂਆਤ ਹੋ ਜਾਂਦੀ ਹੈਗੀ
ਔਰ ਜੋ ਇਹ ਕੰਪਨੀ ਹੈ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜੋ ਭਾਰਤ ਦੇ ਵਿੱਚ ਕੀ ਹੈਗਾ, ਇੱਕ ਅੰਗਰੇਜ਼ ਆਉਂਦਾਗਾ ਸਮੁੰਦਰੀ ਮਾਰਗ ਦੇ ਰਾਹੀਂ। ਠੀਕ ਹੈ, ਸੋ ਸਮੁੰਦਰੀ ਮਾਰਗ ਦੇ ਰਾਹੀਂ ਜਹਾਂਗੀਰ ਦੇ ਟਾਈਮ ਤੇ ਜੋ ਅੰਗਰੇਜ਼ ਆਉਂਦਾਗਾ ਉਸ ਦਾ ਨਾਮ ਕੀ ਸੀਗਾ, ਕੈਪਟਨ ਵਿਲੀਅਮ ਹਾਕਿੰਗ। ਸੋ ਜੋ ਇਹ ਅੰਗਰੇਜ਼ ਹੈਗਾ ਇਹ ਵਪਾਰ ਦੇ ਮਕਸਦ ਨਾਲ ਭਾਰਤ ਆਉਂਦਾਗਾ ਜਹਾਂਗੀਰ ਦੇ ਸਮੇਂ। ਸੋ ਜਹਾਂਗੀਰ ਤੋਂ ਇਹ ਬੰਦਾ ਪਰਮਿਸ਼ਨ ਮੰਗਦਾਗਾ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਮੈਂ ਭਾਰਤ ਦੇ ਵਿੱਚ ਵਪਾਰ ਕਰ ਸਕਾਂ, ਆਪਣੀ ਮਤਲਬ ਫੈਕਟਰੀਆਂ ਅਸੀਂ ਲਗਾ ਸਕੀਏ। ਸੋ ਜਹਾਂਗੀਰ ਤੋਂ ਇਸ ਨੂੰ ਪਰਮਿਸ਼ਨ ਮਿਲ ਜਾਂਦੀ ਹੈਗੀ ਫੈਕਟਰੀਆਂ ਲਗਾਉਣ ਦੀ। ਤਾਂ ਜੋ ਆਪਣੇ ਕੋਲ ਦੇਖਦੇ ਹਾਂ ਆਪਾਂ, ਜੋ ਸਭ ਤੋਂ ਪਹਿਲਾਂ ਜੋ ਅੰਗਰੇਜ਼ਾਂ ਨੂੰ ਪਰਮਿਸ਼ਨ ਮਿਲੀ ਸੀਗੀ, ਠੀਕ ਹੈ, ਫੈਕਟਰੀ ਲਗਾਉਣ ਦੀ ਭਾਰਤ ਦੇ ਵਿੱਚ, ਉਹ ਮਿਲੀ ਸੀ ਮੁਸਲੀਪਟਨਮ ਦੇ ਵਿੱਚ। ਪਰ ਅੰਗਰੇਜ਼ਾਂ ਨੇ ਜੋ ਸਭ ਤੋਂ ਪਹਿਲਾਂ ਸਥਾਈ ਆਪਣੀ ਫੈਕਟਰੀ ਸਥਾਪਿਤ ਕੀਤੀ, ਉਹ ਕੀਤੀ ਗੁਜਰਾਤ, ਸੂਰਤ ਦੇ ਵਿੱਚ। ਸੋ ਆਪਾਂ ਇਸੇ ਤਰ੍ਹਾਂ ਹੀ ਦੇਖਦੇ ਹਾਂ ਕਿ ਜਹਾਂਗੀਰ ਦੇ ਸਮੇਂ ਦੋ ਅੰਗਰੇਜ਼ ਭਾਰਤ ਦੇ ਵਿੱਚ ਆਉਂਦੇ ਨੇ। ਸੋ ਇੱਕ ਦਾ ਨਾਮ ਹੈਗਾ ਸੀ ਜੀ ਕੈਪਟਨ ਵਿਲੀਅਮ ਹਾਕਿੰਗ ਔਰ ਦੂਜਾ ਹੈਗਾ ਸੀਗਾ ਸਰ ਟਾਮਸ ਰੋ। ਸੋ ਇਹ ਦੋ ਅੰਗਰੇਜ਼, ਠੀਕ ਹੈ, ਜਹਾਂਗੀਰ ਦੇ ਟਾਈਮ ਦੇ ਵਿੱਚ ਕੀ ਹੈਗਾ ਭਾਰਤ ਦੇ ਵਿੱਚ ਆਉਂਦੇ ਨੇਗੇ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਅੰਗਰੇਜ਼ਾਂ ਨੇ ਜੋ ਆਪਣੀ ਪਹਿਲੀ ਸਥਾਈ ਫੈਕਟਰੀ ਸਥਾਪਿਤ ਕੀਤੀ ਹੈ, ਉਹ ਕੀਤੀ ਹੈ ਗੁਜਰਾਤ ਦੇ ਸੂਰਤ ਦੇ ਵਿੱਚ। ਪਰ ਜੋ ਇਹਨਾਂ ਨੇ ਸਭ ਤੋਂ ਪਹਿਲਾਂ ਅਧਿਕਾਰ ਕੀਤਾਗਾ, ਉਹ ਕੀਤਾਗਾ ਬੰਗਾਲ ਦੇ ਉੱਪਰ। ਸੋ ਅੰਗਰੇਜ਼ਾਂ ਨੇ ਬੰਗਾਲ ਦੇ ਉੱਪਰ ਹੀ ਅਧਿਕਾਰ ਕਿਉਂ ਕੀਤਾ, ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾਗਾ ਕਿ ਉਸ ਟਾਈਮ ਜੋ ਬੰਗਾਲ ਸੀਗਾ ਉਹ ਇੱਕ ਅਮੀਰ ਔਰ ਸੰਪੰਨ ਰਾਜ ਸੀਗਾ। ਸੋ ਅੰਗਰੇਜ਼ਾਂ ਦੀ ਅੱਖ ਪਹਿਲਾਂ ਤੋਂ ਹੀ ਕੀ ਸੀਗੀ, ਬੰਗਾਲ ਦੇ ਉੱਪਰ ਹੈਗੀ ਸੀਗੀ। ਸੋ ਉਸੇ ਮਕਸਦ ਨਾਲ ਕੀ ਕਰਦੇ ਨੇ ਅੰਗਰੇਜ਼, ਬੰਗਾਲ ਦੇ ਉੱਪਰ ਆਪਣਾ ਅਧਿਕਾਰ ਕੀ ਕਰਦੇ ਨੇ, ਸਥਾਪਿਤ ਕਰਦੇ ਨੇ। ਸੋ ਆਪਾਂ ਦੇਖਦੇ ਆਂਗੇ ਕਿ ਕਿਸ ਤਰ੍ਹਾਂ ਇੱਕ ਗਰੁੱਪ ਜੋ ਭਾਰਤ ਦੇ ਵਿੱਚ ਵਪਾਰ ਕਰਨ ਦੇ ਮਕਸਦ ਨਾਲ ਆਉਂਦਾਗਾ ਔਰ ਉਹ ਕਿਸ ਤਰ੍ਹਾਂ ਬੰਗਾਲ ਦੇ ਉੱਪਰ ਆਪਣਾ ਅਧਿਕਾਰ ਕਰਦਾਗਾ। ਸੋ ਇੱਥੋਂ ਹੀ ਆਪਣੀ ਸਟਾਰਟ ਹੁੰਦੀ ਹੈ ਜੀ ਇੰਡੀਅਨ ਪੋਲਿਟੀ ਦਾ ਸਭ ਤੋਂ ਪਹਿਲਾ ਟੌਪਿਕ। ਠੀਕ ਹੈ, ਸੋ ਇੱਥੋਂ ਆਪਣਾ ਸਟਾਰਟ ਹੁੰਦਾ ਜੀ ਇੰਡੀਅਨ ਪੋਲਿਟੀ ਦਾ ਸਭ ਤੋਂ ਪਹਿਲਾ ਟੌਪਿਕ, ਜਿਹਨੂੰ ਆਪਾਂ ਕਨਸਟੀਟਿਊਸ਼ਨਲ ਡਿਵੈਲਪਮੈਂਟ। ਸੋ ਇਹ ਆਪਣਾ ਸਭ ਤੋਂ ਪਹਿਲਾ ਟੌਪਿਕ ਹੈ ਇੰਡੀਅਨ ਪੋਲਿਟੀ ਦਾ, ਕਨਸਟੀਟਿਊਸ਼ਨਲ ਡਿਵੈਲਪਮੈਂਟ ਆਫ ਇੰਡੀਆ। ਸੋ ਇੱਥੋਂ ਸ਼ੁਰੂਆਤ ਹੁੰਦੀ ਹੈ ਜੀ ਆਪਣੇ ਕੋਲ ਇੰਡੀਅਨ ਪੋਲਿਟੀ ਦੀ। ਸੋ ਕਨਸਟੀਟਿਊਸ਼ਨਲ ਡਿਵੈਲਪਮੈਂਟ ਆਫ ਇੰਡੀਆ, ਇਸ ਦੇ ਵਿੱਚ ਆਪਾਂ ਦੇਖਦੇ ਆਂਗੇ ਕਿ ਸਭ ਤੋਂ ਪਹਿਲਾਂ ਜੋ ਕੀ ਹੈਗਾ ਬੰਗਾਲ ਆਉਂਦਾਗਾ, ਬੰਗਾਲ ਤੋਂ ਕੀ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈਗੀ। ਸੋ ਉਸ ਟਾਈਮ ਜੋ ਬੰਗਾਲ ਸੀਗਾ ਉਹ ਕੀ ਸੀਗਾ, ਮੁਗਲ ਸਾਮਰਾਜ ਦੇ ਅਧੀਨ ਹੈਗਾ ਸੀਗਾ। ਮੁਗਲ ਸਾਮਰਾਜ ਦੇ ਵਿੱਚ ਜੋ ਪ੍ਰਾਂਤ ਸੀਗੇ ਉਹਨਾਂ ਨੂੰ ਕੀ ਆਖਿਆ ਜਾਂਦਾ ਸੀਗਾ, ਸੂਬਾ ਆਖਿਆ ਜਾਂਦਾ ਸੀਗਾ। ਸੋ ਜੋ ਬੰਗਾਲ ਸੀਗਾ ਉਸ ਉੱਪਰ ਵੀ ਕਿਸ ਦਾ ਅਧਿਕਾਰ ਸੀਗਾ, ਉਸ ਉੱਪਰ ਵੀ ਮੁਗਲਾਂ ਦਾ ਕੀ ਸੀਗਾ ਉਸ ਟਾਈਮ ਅਧਿਕਾਰ ਹੈਗਾ ਸੀਗਾ। ਸੋ ਆਪਾਂ ਦੇਖਦੇ ਹਾਂ ਕਿ ਬੰਗਾਲ ਜਿਸ ਨੂੰ ਕੀ ਆਖਿਆ ਜਾਂਦਾ ਸੀਗਾ, ਸੌਰੀ ਇੱਕ ਮਿੰਟ, ਬੰਗਾਲ ਜਿਸ ਨੂੰ ਕੀ ਆਖਿਆ ਜਾਂਦਾ ਸੀ ਉਸ ਟਾਈਮ, ਸੂਬਾ ਆਖਿਆ ਜਾਂਦਾ ਸੀ, ਪੇਪਰ ਦੇ ਵਿੱਚ ਪੁੱਛਿਆ ਜਾਂਦਾਗਾ। ਔਰ ਕੀ ਹੁੰਦਾਗਾ ਸਨ 1700 ਦੇ ਵਿੱਚ, 1700 ਦੇ ਵਿੱਚ ਜੋ ਆਪਣੇ ਕੋਲ ਠੀਕ ਹੈਗਾ ਸੂਬਾਗਾ, ਸੂਬੇ ਦਾ ਜੋ ਹੈੱਡ ਹੁੰਦਾ ਸੀਗਾ ਉਸ ਨੂੰ ਕੀ ਆਖਿਆ ਜਾਂਦਾ ਸੀਗਾ, ਉਸ ਨੂੰ ਆਖਿਆ ਜਾਂਦਾਗਾ ਸੀ ਜੀ ਸੂਬੇਦਾਰ। ਸੋ ਉਸ ਟਾਈਮ ਜੋ ਆਪਾਂ ਦੇਖਦੇ ਹਾਂ ਕਿ ਬੰਗਾਲ ਕੀ ਸੀਗਾ, ਇੱਕ ਸੂਬਾ ਸੀਗਾ। ਸਨ 1700 ਦੇ ਵਿੱਚ ਬੰਗਾਲ ਦਾ ਜੋ ਹੈੱਡ ਸੀਗਾ ਯਾਨੀ ਕਿ ਜੋ ਸੂਬੇਦਾਰ ਸੀਗਾ, ਜੋ ਸੂਬਾਦਾਰ ਸੀਗਾ ਉਹ ਕੌਣ ਸੀਗਾ, ਮੁਰਸ਼ਿਦ ਕੁਲੀ ਖਾਂ। ਸੋ ਇਸ ਨੂੰ ਜੋ ਬੰਗਾਲ ਦਾ ਸੂਬੇਦਾਰ ਬਣਾਇਆ ਕਿਹਨੇ ਸੀਗਾ, ਇਸ ਨੂੰ ਬਣਾਇਆ ਸੀਗਾ ਆਪਣੇ ਕੋਲ ਔਰੰਗਜ਼ੇਬ ਨੇ। ਔਰੰਗਜ਼ੇਬ ਨੇ 1700 ਦੇ ਵਿੱਚ ਮੁਰਸ਼ਿਦ ਕੁਲੀ ਖਾਨ ਨੂੰ ਬੰਗਾਲ ਦਾ ਸੂਬੇਦਾਰ ਨਿਯੁਕਤ ਕੀਤਾ। ਪਰ ਕੀ ਹੁੰਦਾਗਾ ਉਸ ਟਾਈਮ ਜੋ ਇਹਨਾਂ ਦੀ ਕੈਪੀਟਲ ਸੀਗੀ ਉਹ ਕੈਪੀਟਲ ਹੈਗੀ ਸੀ ਢਾਕਾ। ਸੋ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋ ਢਾਕਾ ਗਾ ਉਹ ਅੱਜ ਕੱਲ੍ਹ ਕਿਸ ਦੀ ਕੈਪੀਟਲ ਹੈਗੀ,
ਉਹ ਆਪਣੇ ਕੋਲ ਕੈਪੀਟਲ ਹੈਗੀ ਹੈ ਜੀ ਬੰਗਲਾਦੇਸ਼ ਦੀ। ਸੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ 1700 ਦੇ ਵਿੱਚ ਸੂਬੇਦਾਰ ਬਣਾਇਆ ਜਾਂਦਾਗਾ ਮੁਰਸ਼ਿਦ ਕੁਲੀ ਖਾਂ ਔਰੰਗਜ਼ੇਬ ਦੇ ਦੁਆਰਾ। ਪਰ ਜਦੋਂ ਤੱਕ ਔਰੰਗਜ਼ੇਬ ਰਿਹਾ ਉਦੋਂ ਤੱਕ ਤਾਂ ਸਭ ਕੁਝ ਠੀਕ ਰਿਹਾ, ਪਰ ਆਪਾਂ ਜਾਣਦੇ ਆਂਗੇ ਕਿ ਜੋ ਔਰੰਗਜ਼ੇਬ ਹੈ ਉਸ ਦੀ ਡੈਥ ਹੋ ਜਾਂਦੀ ਹੈਗੀ ਆਪਣੇ ਕੋਲ 1707 ਦੇ ਵਿੱਚ। 1707 ਦੇ ਵਿੱਚ ਇਸ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਮੁਗਲ ਸਾਮਰਾਜ ਸੀਗਾ ਉਹ ਪਤਨ ਵੱਲ ਜਾਣਾ ਸ਼ੁਰੂ ਹੋ ਗਿਆ। ਸੋ ਕੋਈ ਵੀ ਮੁਗਲ ਬਾਦਸ਼ਾਹ ਇੰਨਾ ਪਰਫੈਕਟ ਨਹੀਂ ਸੀਗਾ ਕਿ ਆਪਣੇ ਕੋਲ ਠੀਕ ਹੈ ਮੁਗਲ ਸਾਮਰਾਜ ਨੂੰ ਸਾਂਭ ਸਕੇ। ਸੋ ਉਸੇ ਚੀਜ਼ ਦਾ ਫਾਇਦਾ ਉਠਾ ਕੇ ਮੁਰਸ਼ਿਦ ਕੁਲੀ ਖਾਂ ਕੀ ਕਰਦਾਗਾ ਕਿ ਉਸ ਟਾਈਮ ਦਾ ਫਾਇਦਾ ਉਠਾਉਂਦਾਗਾ ਔਰ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੰਦਾਗਾ। ਇਸ ਨੂੰ ਪਤਾ ਸੀਗਾ ਕਿ ਕੋਈ ਵੀ ਮੁਗਲ ਬਾਦਸ਼ਾਹ ਦਾ ਜੋ ਉਹ ਠੀਕ ਹੈ ਮੇਰਾ ਮੁਕਾਬਲਾ ਨਹੀਂ ਕਰ ਸਕਦਾ। ਸੋ ਇਹ ਆਪਦੇ ਆਪ ਨੂੰ ਕੀ ਕਰ ਦਿੰਦਾਗਾ, ਸੁਤੰਤਰ ਅਖਵਾਉਣਾ ਸ਼ੁਰੂ ਕਰ ਦਿੰਦਾਗਾ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਆਂਗੇ ਸਭ ਤੋਂ ਪਹਿਲਾਂ ਜੋ ਬੰਗਾਲ ਦਾ ਨਵਾਬ ਬਣਦਾਗਾ, ਸੋ ਸਭ ਤੋਂ ਪਹਿਲਾਂ ਜੋ ਬੰਗਾਲ ਦਾ ਨਵਾਬ ਬਣਦਾਗਾ ਉਹ ਕੌਣ ਬਣਦਾਗਾ, ਇਹ ਬਣਦਾ ਜੀ ਆਪਣੇ ਕੋਲੇ ਮੁਰਸ਼ਿਦ ਕੁਲੀ ਖਾਂ। ਜੋ ਬੰਗਾਲ ਦਾ ਫਸਟ ਨਵਾਬ ਆਗਾ ਉਹ ਬਣਦਾਗਾ ਆਪਣੇ ਕੋਲ ਮੁਰਸ਼ਿਦ ਕੁਲੀ ਖਾਂ। ਸੋ ਜੋ ਇਸ ਦਾ ਟਾਈਮ ਪੀਰੀਅਡ ਹੈਗਾ ਉਹ ਹੈਗਾਗਾ 1713 ਤੋਂ ਲੈ ਕੇ 1727 ਏਡੀ ਤੱਕ, ਠੀਕ ਹੈ। ਸੋ ਮੁਰਸ਼ਿਦ ਕੁਲੀ ਖਾਂ ਜਿਵੇਂ ਹੀ ਬੰਗਾਲ ਦਾ ਨਵਾਬ ਬਣਦਾਗਾ ਤਾਂ ਇਹ ਆਪਦੇ ਨਾਮ ਤੇ ਇੱਕ ਸ਼ਹਿਰ ਵਸਾਉਂਦਾਗਾ ਜਿਸ ਦਾ ਨਾਮ ਹੈਗਾ ਮੁਰਸ਼ਿਦਾਬਾਦ। ਇਹ ਕੀ ਹੈਗਾ, ਇੱਕ ਸਿਟੀ ਵਸਾਉਂਦਾਗਾ, ਠੀਕ ਹੈ, ਸ਼ਹਿਰ ਵਸਾਉਂਦਾਗਾ ਔਰ ਆਪਦਾ ਨਾਮ ਉਸ ਸ਼ਹਿਰ ਦਾ ਨਾਮ ਆਪਦੇ ਨਾਮ ਤੇ ਰੱਖ ਦਿੰਦਾਗਾ। ਸੋ ਉਸ ਨੂੰ ਕਹਿੰਦੇ ਨੇ ਮੁਰਸ਼ਿਦਾਬਾਦ। ਔਰ ਜੋ ਕੀ ਕਰਦਾਗਾ ਇਹ ਜੋ ਕੈਪੀਟਲ ਹੈਗੀ ਉਹ ਵੀ ਕੈਪੀਟਲ ਵੀ ਢਾਕਾ ਤੋਂ ਕੀ ਕਰ ਲੈਂਦਾ, ਢਾਕਾ ਤੋਂ ਚੇਂਜ ਕਰਕੇ ਕੀ ਕਰ ਲੈਂਦਾ, ਮੁਰਸ਼ਿਦਾਬਾਦ ਬਣਾ ਲੈਂਦਾਗਾ, ਠੀਕ ਹੈ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਮੁਰਸ਼ਿਦ ਕੁਲੀ ਖਾਂ ਨੇ ਇੱਕ ਤਾਂ ਸ਼ਹਿਰ ਦੀ ਸਥਾਪਨਾ ਕੀਤੀ ਔਰ ਦੂਜਾ ਕੀ ਕੀਤਾ, ਇਹਨੇ ਆਪਣਾ ਠੀਕ ਹੈ ਕੈਪੀਟਲ ਕਿਸ ਨੂੰ ਬਣਾਇਆ, ਮੁਰਸ਼ਿਦਾਬਾਦ ਨੂੰ ਬਣਾਇਆ। ਸੋ ਇਹ ਸੀਗਾ ਫਸਟ ਨਵਾਬ ਆ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ 1727 ਦੇ ਵਿੱਚ ਜਾ ਕੇ ਮੁਰਸ਼ਿਦ ਕੁਲੀ ਖਾਂ ਦੀ ਹੈ ਜੋ ਉਹ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈਗੀ। ਸੋ ਇਸ ਤੋਂ ਬਾਅਦ ਜੋ ਅਗਲਾ ਆਪਣੇ ਕੋਲ ਬੰਗਾਲ ਦਾ ਸੈਕੰਡ ਨਵਾਬ ਬਣਦਾਗਾ ਉਹ ਕੌਣ ਬਣਦਾਗਾ, ਸੋ ਬੰਗਾਲ ਦਾ ਸੈਕੰਡ ਨਵਾਬ ਬਣਦਾ ਜੀ ਸੁਜਾਉਦੀਨ ਬੰਗਾਲ ਦਾ ਸੈਕੰਡ ਨਵਾਬ ਬਣਦਾਗਾ। ਇਸ ਦਾ ਟਾਈਮ ਪੀਰੀਅਡ ਹੈਗਾ 1727 ਤੋਂ ਲੈ ਕੇ 1739 ਤੱਕ। ਸੋ ਇਹ ਇਸ ਦਾ ਕੀ ਹੈਗਾ, ਟਾਈਮ ਪੀਰੀਅਡ ਹੈਗਾਗਾ। ਸੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਸੁਜਾਉਦੀਨ ਤੋਂ ਬਾਅਦ ਜੋ ਨੈਕਸਟ ਹੈਗਾ ਬੰਗਾਲ ਦਾ ਨਵਾਬ ਉਹ ਕੌਣ ਬਣਦਾਗਾ। ਸੋ ਇਸ ਤੋਂ ਬਾਅਦ ਨੈਕਸਟ ਬਣਦਾਗਾ ਜੀ ਆਪਣੇ ਕੋਲ ਸਰਫਰਾਜ਼ ਆਪਣੇ ਕੋਲ ਨੈਕਸਟ ਕੀ ਬਣਦਾਗਾ, ਬੰਗਾਲ ਦਾ ਨਵਾਬ ਬਣਦਾਗਾ। ਔਰ ਇਸ ਦਾ ਟਾਈਮ ਪੀਰੀਅਡ ਹੈਗਾ ਆਪਣੇ ਕੋਲ 1739 ਤੋਂ ਲੈ ਕੇ 1740 ਤੱਕ। ਹੁਣ ਸਰਫਰਾਜ਼ ਆਪਾਂ ਦੇਖਦੇ ਹਾਂ ਕਿ ਸਰਫਰਾਜ਼ ਦਾ ਇੱਕ ਸੈਨਾਪਤੀ ਹੁੰਦਾਗਾ ਅਲੀ ਵਰਦੀ ਖਾਂ। ਸੋ ਅਲੀ ਵਰਦੀ ਖਾਂ ਜੋ ਕਿ ਇਸ ਬੰਦੇ ਦਾ ਕੀ ਸੀਗਾ, ਸਰਫਰਾਜ਼ ਦਾ ਕੀ ਸੀਗਾ, ਸੈਨਾਪਤੀ ਸੀਗਾ। ਉਹ ਕੀ ਕਰਦਾਗਾ, ਸੋ ਆਪਾਂ ਦੇਖਦੇ ਹਾਂ ਕਿ ਇਸ ਨੂੰ ਰਫ ਕਰ ਦਈਏ ਪਹਿਲਾਂ ਫਿਰ ਦੇਖਦੇ ਹਾਂ। ਸੋ ਆਪਾਂ ਦੇਖਦੇ ਹਾਂ ਕਿ ਦੇਖਿਆ ਕਿ ਨੈਕਸਟ ਆਪਣੇ ਕੋਲੇ ਬਣਿਆ ਸਰਫਰਾਜ਼ ਖਾਂ ਕੀ ਬਣਿਆ, ਅਗਲਾ ਆਪਣੇ ਕੋਲ ਨਵਾਬ ਬਣਿਆ। ਸੋ ਸਰਫਰਾਜ਼ ਖਾਂ ਦਾ ਜੋ ਸੈਨਾਪਤੀ ਹੈਗਾ ਉਸਦਾ ਨਾਮ ਕੀ ਹੈਗਾ, ਅਲੀ ਵਰਦੀ ਖਾਂ। ਸੋ ਜੋ ਅਲੀ ਵਰਦੀ ਖਾਂ ਗਾ ਉਹ ਕੀ ਹੈਗਾ, ਇਸ ਦਾ ਸੈਨਾਪਤੀ ਹੈਗਾਗਾ। ਪਰ ਇਹ ਕੀ ਕਰਦਾਗਾ, ਇਹ ਬੰਦਾ ਸਰਫਰਾਜ਼ ਦੇ ਉੱਪਰ ਹੀ ਕਰ ਦਿੰਦਾ, ਅਟੈਕ ਕਰ ਦਿੰਦਾਗਾ। ਸੋ ਅਟੈਕ ਕਰਕੇ ਇਹ ਬੰਦਾ ਸਰਫਰਾਜ਼ ਨੂੰ ਹਰਾ ਦਿੰਦਾਗਾ ਔਰ ਆਪ ਕੀ ਕਰ ਜਾਂਦਾਗਾ, ਇਹ ਜਿੱਤ ਜਾਂਦਾਗਾ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਬੰਗਾਲ ਦਾ ਜੋ ਨੈਕਸਟ ਨਵਾਬ ਬਣਦਾਗਾ ਉਹ ਬਣਦਾ ਜੀ ਆਪਣੇ ਕੋਲੇ ਅਲੀ ਵਰਦੀ ਖਾਂ।
ਸੋ ਜੋ ਅਲੀ ਵਰਦੀ ਖਾਂ ਗਾ ਔਰ ਜੋ ਸਰਫਰਾਜ਼ ਦੇ ਵਿੱਚ ਇੱਕ ਯੁੱਧ ਹੋਇਆ, ਠੀਕ ਹੈ, ਜਿਸ ਦੇ ਵਿੱਚ ਅਲੀ ਵਰਦੀ ਖਾਂ ਨੇ ਹੈ ਜੋ ਉਹ ਸਰਫਰਾਜ਼ ਨੂੰ ਹਰਾਇਆ ਸੀਗਾ। ਸੋ ਉਹਦਾ ਉਹ ਯੁੱਧ ਹੋਇਆ ਸੀਗਾ ਜੀ ਆਪਣੇ ਕੋਲ 1740 ਦੇ ਵਿੱਚ, ਜਿਸ ਨੂੰ ਨਾਮ ਦਿੱਤਾ ਜਾਂਦਾ ਗਾ ਬੈਟਲ ਆਫ ਘੇਰੀਆ, ਜਿਸ ਦੇ ਵਿੱਚ ਜਿੱਤ ਹੁੰਦੀ ਹੈਗੀ ਅਲੀ ਵਰਦੀ ਖਾਂ ਦੀ ਔਰ ਇਹ ਨੈਕਸਟ ਨਵਾਬ ਬਣ ਜਾਂਦਾ ਗਾ। ਸੋ ਅਲੀ ਵਰਦੀ ਖਾਨ ਤੋਂ ਜੋ ਨੈਕਸਟ ਨਵਾਬ ਹੈਗਾ ਉਹ ਬੰਗਾਲ ਦਾ ਕੌਣ ਬਣਦਾ ਗਾ? ਉਹ ਬਣਦਾ ਜੀ ਆਪਣੇ ਕੋਲ ਸਿਰਾਜੂਦੌਲਾ। ਸਿਰਾਜੂਦੌਲਾ ਕੀ ਬਣਦਾ ਗਾ ਨੈਕਸਟ ਆਪਣੇ ਕੋਲ ਬੰਗਾਲ ਦਾ ਨਵਾਬ ਬਣਦਾ ਗਾ। ਸੋ ਇਸ ਦਾ ਜੋ ਟਾਈਮ ਪੀਰੀਅਡ ਹੈ ਉਹ ਪੁੱਛਿਆ ਜਾਂਦਾ ਆਪਣੇ ਕੋਲ ਕਿੰਨਾ ਗਾ? ਇਸ ਦਾ ਟਾਈਮ ਪੀਰੀਅਡ ਹੈਗਾ ਗਾ 1756 ਤੋਂ ਲੈ ਕੇ 1757 ਤੱਕ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਿਰਾਜੂਦੌਲਾ ਦੇ ਸਮੇਂ ਦੇ ਵਿੱਚ, ਠੀਕ ਹੈ, ਇੱਕ ਬਹੁਤ ਹੀ ਮਹੱਤਵਪੂਰਨ ਕੀ ਹੁੰਦੀ ਹੈਗੀ ਘਟਨਾ ਹੁੰਦੀ ਹੈਗੀ, ਬਹੁਤ ਹੀ ਵੱਡੀ ਘਟਨਾ ਹੁੰਦੀ ਹੈਗੀ, ਜਿਸ ਘਟਨਾ ਦੇ ਹੋਣ ਦੇ ਨਾਲ ਕੀ ਹੈਗਾ ਅੰਗਰੇਜ਼ਾਂ ਦੀ ਜੋ ਸ਼ਕਤੀ ਹੈਗੀ ਉਹ ਭਾਰਤ ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈਗੀ। ਸੋ ਆਪਾਂ ਦੇਖਦੇ ਹਾਂ ਕਿ ਸਿਰਾਜੂਦੌਲਾ ਦੇ ਟਾਈਮ ਜੋ ਭਾਰਤ ਦੇ ਵਿੱਚ ਦੋ ਬੰਦੇ, ਠੀਕ ਹੈ, ਦੋ ਕੰਪਨੀਆਂ ਵਪਾਰ ਕਰਦੀਆਂ ਸੀਗੀਆਂ। ਇੱਕ ਕਰਦੇ ਸੀਗੇ ਆਪਣੇ ਕੋਲ ਬ੍ਰਿਟਿਸ਼ ਔਰ ਸੈਕੰਡ ਕਰਦੇ ਸੀ ਆਪਣੇ ਕੋਲ ਫ੍ਰੈਂਚ। ਜੋ ਬ੍ਰਿਟਿਸ਼ ਵਪਾਰ ਕਰਦੇ ਸੀਗੇ ਇਹ ਕਰਦੇ ਸੀਗੇ ਕਲਕੱਤਾ ਦੇ ਵਿੱਚ, ਔਰ ਜੋ ਫ੍ਰੈਂਚ ਸੀਗੇ ਇਹ ਕਿੱਥੇ ਕਰਦੇ ਸੀਗੇ? ਇਹ ਕਰਦੇ ਸੀ ਚੰਦੇਰ ਨਗਰ ਚ। ਸੋ ਸਿਰਾਜੂਦੌਲਾ ਦੇ ਸਮੇਂ ਕੀ ਹੁੰਦਾ ਗਾ ਕਿ ਬ੍ਰਿਟਿਸ਼ ਕਲਕੱਤਾ ਦੇ ਵਿੱਚ ਔਰ ਜੋ ਫ੍ਰੈਂਚ ਨੇ ਉਹ ਚੰਦੇਰ ਨਗਰ ਦੀ ਕੀ ਕਰ ਦਿੰਦੇ ਨੇ, ਕਿਲਾਬੰਦੀ ਕਰਨੀ ਸ਼ੁਰੂ ਕਰ ਦਿੰਦੇ ਨੇਗੇ। ਸੋ ਇਸ ਗੱਲ ਤੋਂ ਕੀ ਹੈਗਾ ਸਿਰਾਜੂਦੌਲਾ ਕਾਫੀ ਨਾਰਾਜ਼ ਹੁੰਦਾ ਗਾ ਕਿ ਮੇਰੇ ਹੁੰਦਿਆਂ ਹੋਇਆਂ ਕੀ ਹੈਗਾ ਭਾਰਤ ਦੇ ਵਿੱਚ ਕੋਈ ਕਿਲਾਬੰਦੀ ਕਰ ਰਿਹਾ ਹੈਗਾ। ਸੋ ਇਹ ਚੇਤਾਵਨੀ ਦਿੰਦਾ ਗਾ ਬ੍ਰਿਟਿਸ਼ ਤੇ ਫ੍ਰੈਂਚ ਨੂੰ ਕਿ ਜੋ ਤੁਸੀਂ ਇਹ ਕਿਲਾਬੰਦੀ ਕਰ ਰਹੇ ਹੋ ਇਹ ਤੁਹਾਡੀ ਗੱਲ ਠੀਕ ਨਹੀਂ ਹੈ, ਤੁਸੀਂ ਇਸ ਨੂੰ ਰੋਕ ਦੇਵੋ ਔਰ ਜੋ ਕਿਲਾਬੰਦੀ ਕੀਤੀ ਹੈ ਉਸ ਨੂੰ ਢਾਹ ਦੇਵੋ। ਪਰ ਕੀ ਹੁੰਦਾ ਗਾ ਫ੍ਰੈਂਚ ਤਾਂ ਕੀ ਸੀਗੇ ਸਮਝਦਾਰ ਸੀਗੇ, ਇਹਨਾਂ ਨੇ ਤਾਂ ਸਿਰਾਜੂਦੌਲਾ ਦੀ ਗੱਲ ਮੰਨ ਲਈ, ਪਰ ਜੋ ਬ੍ਰਿਟਿਸ਼ ਸੀਗੇ ਇਹ ਕਹਿੰਦੇ ਵੀ ਅਸੀਂ ਤਾਂ ਕਿਲਾ ਇੱਥੋਂ ਚੱਕਣਾ ਹੀ ਨਹੀਂ, ਅਸੀਂ ਤਾਂ ਰੱਖਾਂਗੇ। ਸੋ ਇਹ ਗੱਲ ਸੀਗੀ ਬ੍ਰਿਟਿਸ਼ ਦੀ। ਪਰ ਇੱਥੋਂ ਕੀ ਹੁੰਦਾ ਗਾ ਆਪਣੇ ਕੋਲ ਸਿਰਾਜੂਦੌਲਾ ਗਾ ਜੋ ਉਹ ਕਾਫੀ ਗੁੱਸੇ ਦੇ ਵਿੱਚ ਆ ਜਾਂਦਾ ਗਾ ਔਰ ਉਹ ਸਿਰਾਜੂਦੌਲਾ ਹਮਲਾ ਕਰ ਦਿੰਦਾ ਕਲਕੱਤਾ ਦੇ ਵਿੱਚ, ਕਲਕੱਤਾ ਦੇ ਮੀਰ ਕਾਸਿਮ ਬਾਜ਼ਾਰ 'ਚ। ਕਲਕੱਤਾ ਦੇ ਮੀਰ ਕਾਸਿਮ ਬਾਜ਼ਾਰ ਦੇ ਵਿੱਚ ਸਿਰਾਜੂਦੌਲਾ ਹਮਲਾ ਕਰ ਦਿੰਦਾ ਗਾ ਔਰ ਕੀ ਹੈਗਾ, ਠੀਕ ਹੈ, ਇੱਥੇ ਆਪਣਾ ਅਧਿਕਾਰ ਸਥਾਪਿਤ ਕਰ ਲੈਂਦਾ ਗਾ। ਸੋ ਇਹ ਮੀਰ ਕਾਸਿਮ ਬਾਜ਼ਾਰ ਕਲਕੱਤਾ ਦੇ ਵਿੱਚ ਹੀ ਕੀ ਸੀਗਾ ਆਪਣੇ ਕੋਲ, ਕਲਕੱਤਾ ਦੇ ਵਿੱਚ ਅੰਗਰੇਜ਼ਾਂ ਦਾ ਆਪਣੇ ਕੋਲ ਇੱਕ ਕਿਲਾ ਸੀਗਾ ਫੋਰਟ ਵਿਲੀਅਮ, ਜਿਸ ਦਾ ਨਾਮ ਕੀ ਸੀਗਾ ਫੋਰਟ ਵਿਲੀਅਮ। ਸੋ ਆਪਾਂ ਦੇਖਦੇ ਹਾਂ ਕਿ ਜਦੋਂ, ਠੀਕ ਹੈ, ਸਿਰਾਜੂਦੌਲਾ ਨੇ ਹਮਲਾ ਕੀਤਾ, ਇਸਨੇ ਕੀ ਹੈ ਮੀਰ ਕਾਸਿਮ ਬਾਜ਼ਾਰ ਦੇ ਉੱਪਰ ਆਪਣਾ ਪੂਰਾ ਅਧਿਕਾਰ ਕਰ ਲਿਆ ਔਰ ਠੀਕ ਹੈ ਅੰਗਰੇਜ਼ਾਂ ਦਾ ਇੱਕ ਕਿਲਾ ਸੀਗਾ ਫੋਰਟ ਵਿਲੀਅਮ। ਇੱਥੇ ਬਹੁਤ ਹੀ ਵੱਡੀ ਟ੍ਰੈਜਡੀ ਹੁੰਦੀ ਹੈਗੀ, ਇੱਕ ਬਹੁਤ ਹੀ ਵੱਡੀ ਘਟਨਾ ਹੁੰਦੀ ਹੈਗੀ, ਠੀਕ ਹੈ, ਜਿਸ ਨਾਲ ਅੰਗਰੇਜ਼ਾਂ ਦਾ ਅਧਿਕਾਰ ਭਾਰਤ ਦੇ ਉੱਪਰ ਫੈਲਣਾ ਸ਼ੁਰੂ ਹੁੰਦਾ ਗਾ। ਸੋ ਉਹ ਘਟਨਾ ਕੀ ਸੀਗੀ? ਉਹ ਘਟਨਾ ਹੁੰਦੀ ਆ ਆਪਣੇ ਕੋਲੇ 20 ਜੂਨ 1756। ਸੋ 20 ਜੂਨ 1756 ਨੂੰ ਬਲੈਕ ਹੋਲ ਟ੍ਰੈਜਡੀ ਨਾਮ ਦਾ ਤੁਸੀਂ ਸੁਣਿਆ ਹੋਵੇਗਾ। ਬਲੈਕ ਹੋਲ ਟ੍ਰੈਜਡੀ ਹੁੰਦੀ ਹੈ 20 ਜੂਨ 1756 ਦੇ ਵਿੱਚ। ਸੋ ਇਹ ਟ੍ਰੈਜਡੀ ਹੈ ਕੀ ਸੀਗੀ? ਇਹ ਟ੍ਰੈਜਡੀ ਹੈਗੀ ਸੀਗੀ ਜੀ ਆਪਣੇ ਕੋਲ ਜੋ ਆਪਣੇ ਕੋਲ ਸਿਰਾਜੂਦੌਲਾ ਸੀਗਾ ਉਸਨੇ ਕੀ ਕੀਤਾ, ਸਿਰਾਜੂਦੌਲਾ ਨੇ 146 ਬ੍ਰਿਟਿਸ਼ ਨੂੰ ਕੀ ਕੀਤਾ, ਅਰੈਸਟ ਕੀਤਾ। ਸੋ 146 ਕੀ ਕੀਤਾ ਬ੍ਰਿਟਿਸ਼ ਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਉਸਨੇ ਕੀ ਕੀਤਾ ਆਪਣੇ ਕੋਲ ਜੋ ਮੈਂ ਤੁਹਾਨੂੰ ਕਿਲਾ ਦੱਸਿਆ ਫੋਰਟ ਵਿਲੀਅਮ, ਇਸ ਦੇ ਵਿੱਚ ਕੀ ਕਰ ਦਿੱਤਾ, ਕਾਲ ਕੋਠਰੀ ਦੇ ਵਿੱਚ ਕੀ ਕਰਤਾ, ਬੰਦ ਕਰ ਦਿੱਤਾ, ਠੀਕ ਹੈ। ਸੋ
ਆਪਾਂ ਦੇਖਦੇ ਹਾਂ ਕਿ ਕੀ ਕਰ ਦਿੱਤਾ, ਕਾਲ ਕੋਠਰੀ ਦੇ ਵਿੱਚ 146 ਕੀ ਨੇ ਬ੍ਰਿਟਿਸ਼ ਬੰਦ ਕਰ ਦਿੱਤੇ ਜਾਂਦੇ ਨੇਗੇ। ਔਰ ਇਹ ਕਾਲ ਕੋਠਰੀ ਅਜਿਹੀ ਸੀ ਜਿੱਥੇ ਕੀ ਸੀਗਾ ਲੱਖ ਲੱਖ ਤੱਕ ਤਾਂ ਪਾਣੀ ਸੀਗਾ ਔਰ ਬਿਲਕੁਲ ਬਹੁਤ ਜ਼ਿਆਦਾ ਹਨੇਰਾ ਸੀਗਾ, ਕੋਈ ਵੀ ਰੋਸ਼ਨੀ ਉੱਥੇ ਨਹੀਂ ਪੈਂਦੀ ਸੀਗੀ। ਪਰ ਆਪਾਂ ਦੇਖਦੇ ਹਾਂ ਕਿ ਇਹਨਾਂ 146 ਦੇ ਵਿੱਚੋਂ ਜਦੋਂ 2 ਦਿਨ ਬਾਅਦ ਉਹ ਕਾਲ ਕੋਠਰੀ ਖੋਲੀ ਜਾਂਦੀ ਹੈਗੀ ਤਾਂ ਕੀ ਹੁੰਦਾਗਾ, ਜੋ 123 ਸੀਗੇ, ਜੋ 123 ਬ੍ਰਿਟਿਸ਼ ਸੀ ਉਹਨਾਂ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ। ਔਰ ਜੋ ਉਹਨਾਂ ਦੇ ਵਿੱਚੋਂ ਸਿਰਫ 23 ਸੀਗੇ ਉਹ ਕੀ ਬਚਦੇ ਨੇ, ਅਲਾਈਵ, ਮਤਲਬ ਕਿ ਜਿਉਂਦੇ ਬਚਦੇ ਨੇਗੇ। ਸੋ ਇਹਨਾਂ 23 ਦੇ ਵਿੱਚੋਂ ਹੀ ਆਪਣੇ ਕੋਲੇ ਠੀਕ ਹੈ ਇੱਕ ਨਾਮ ਆਉਂਦਾਗਾ ਵਿਲੀਅਮ ਹਾਲਵੈਲ ਦਾ। ਵਿਲੀਅਮ ਹਾਲਵੈਲ। ਸੋ ਇਹ ਅੰਗਰੇਜ਼ ਕੀ ਹੈ, ਇਹਨਾਂ 23 ਦੇ ਵਿੱਚੋਂ ਬਚਣ ਵਾਲਾ ਕੀ ਸੀਗਾ, ਇੱਕ ਅੰਗਰੇਜ਼ ਹੈਗਾ ਸੀਗਾ। ਔਰ ਇਸੇ ਨੇ ਹੀ ਕੀ ਹੈਗਾ ਬਲੈਕ ਹੋਲ ਟ੍ਰੈਜੇਡੀ ਲਿਖੀ ਸੀਗੀ। ਬਲੈਕ ਹੋਲ ਟ੍ਰੈਜੇਡੀ ਦੀ ਜੋ ਪੂਰੀ ਘਟਨਾ ਸੀਗੀ ਉਸ ਦਾ ਜ਼ਿਕਰ ਇਹ ਬੰਦੇ ਨੇ ਕੀਤਾ ਸੀਗਾ ਔਰ ਪੇਪਰ ਦੇ ਵਿੱਚ ਪੁੱਛਿਆ ਜਾਂਦਾਗਾ। ਸੋ ਵਿਲੀਅਮ ਹਾਲਵੈਲ ਦੇ ਜਦੋਂ ਬਲੈਕ ਹੋਲ ਟ੍ਰੈਜੇਡੀ ਬਾਰੇ ਦੱਸਿਆ ਤਾਂ ਬ੍ਰਿਟੇਨ ਦੇ ਵਿੱਚ ਪਤਾ ਲੱਗਿਆ ਕਿ ਅੰਗਰੇਜ਼ਾਂ ਦੇ ਨਾਲ ਕੋਈ ਇੰਨੀ ਵੱਡੀ ਜ਼ਬਰਦਸਤੀ ਠੀਕ ਹੈ ਕੀਤੀ ਗਈ ਹੈ ਕਿਸੇ ਇੰਡੀਅਨ ਦੁਆਰਾ। ਤਾਂ ਕੀ ਹੁੰਦਾਗਾ ਉਸ ਟਾਈਮ ਠੀਕ ਹੈ ਜੋ ਮਦਰਾਸ ਦੇ ਵਿੱਚ ਆਪਣੇ ਕੋਲ ਜੋ ਮਦਰਾਸ ਦੀ ਪ੍ਰੈਜ਼ੀਡੈਂਸੀ ਸੀ ਉਸ ਦੇ ਵਿੱਚੋਂ ਕਲਾਈਵ ਜੋ ਸੈਨਾਪਤੀ ਸੀਗਾ ਉਸ ਨੂੰ ਬੁਲਾ ਲਿਆ ਜਾਂਦਾਗਾ। ਸੋ ਕਲਾਈਵ ਨੂੰ ਬੁਲਾਇਆ ਜਾਂਦਾਗਾ ਮਦਰਾਸ ਪ੍ਰੈਜ਼ੀਡੈਂਸੀ ਤੋਂ, ਕਿੱਥੇ, ਬੰਗਾਲ ਦੇ ਵਿੱਚ। ਕਿਉਂ ਬੁਲਾਇਆ ਜਾਂਦਾਗਾ, ਕਿਉਂਕਿ ਬਲੈਕ ਹੋਲ ਘਟਨਾ ਸੀਗੀ ਜੋ ਇਹ ਅੰਗਰੇਜ਼ਾਂ ਨਾਲ ਠੀਕ ਹੈ ਪਹਿਲੀ ਕੋਈ ਇੰਨੀ ਮਾੜੀ ਘਟਨਾ ਹੋਈ ਸੀਗੀ ਕਿ 146 ਦੇ ਵਿੱਚੋਂ 123 ਅੰਗਰੇਜ਼ ਸੀਗੇ ਜੋ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ। ਸੋ ਇਸੇ ਕਰਕੇ ਕੀ ਹੈਗਾ ਮਦਰਾਸ ਦੇ ਵਿੱਚੋਂ ਬੁਲਾਇਆ ਜਾਂਦਾਗਾ ਕਲਾਈਵ ਨੂੰ। ਸੋ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚੋਂ ਕਲਾਈਵ ਨੂੰ ਬੁਲਾ ਲਿਆ ਜਾਂਦਾਗਾ। ਔਰ ਇਸੇ ਤਰ੍ਹਾਂ ਹੀ ਆਪਾਂ ਦੇਖਦੇ ਹਾਂ ਕਿ 1757 ਦੇ ਵਿੱਚ 1757 ਦੇ ਵਿੱਚ ਬੈਟਲ ਆਫ ਪਲਾਸੀ ਹੁੰਦੀ ਹੈ ਠੀਕ ਹੈ, ਬੈਟਲ ਆਫ ਪਲਾਸੀ ਠੀਕ ਹੈ। ਇਹ ਹੋਈ ਹੈ 1757 ਦੇ ਵਿੱਚ। ਇਹ ਜੋ ਲੜਾਈ ਸੀ ਇਹ ਹੋਈ ਕਿਉਂ ਸੀਗੀ, ਇਹ ਇਸੇ ਕਰਕੇ ਹੋਈ ਸੀਗੀ ਕਿ ਜੋ ਸਿਰਾਜੂਦੌਲਾ ਸੀਗਾ ਉਹ ਅੰਗਰੇਜ਼ਾਂ ਤੇ ਠੀਕ ਹੈ ਅੰਗਰੇਜ਼ਾਂ ਦੀ ਹੱਤਿਆ ਕਰ ਰਿਹਾ ਸੀਗਾ ਔਰ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਰ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਬ੍ਰਿਟੇਨ ਤੋਂ ਇੱਕ ਰੂਲ ਪਾਰਿਤ ਹੁੰਦਾਗਾ ਜਿਸ ਦੇ ਅਧੀਨ ਜੋ ਕਲਾਈਵ ਹੈ ਉਸ ਨੂੰ ਮਦਰਾਸ ਪ੍ਰੈਜ਼ੀਡੈਂਸੀ ਤੋਂ ਬੰਗਾਲ ਬੁਲਾ ਲਿਆ ਜਾਂਦਾਗਾ। ਸੋ ਜੋ ਕਲਾਈਵ ਸੀਗਾ ਔਰ ਕਲਾਈਵ ਔਰ ਸਿਰਾਜੂਦੌਲਾ, ਕਲਾਈਵ ਔਰ ਸਿਰਾਜੂਦੌਲਾ ਵਿਚਕਾਰ ਜੋ ਯੁੱਧ ਹੁੰਦਾਗਾ ਠੀਕ ਹੈ ਉਸ ਨੂੰ ਆਪਾਂ ਨਾਮ ਦਿੰਦੇ ਆ ਬੈਟਲ ਆਫ ਪਲਾਸੀ ਦਾ। ਪਰ ਇਸ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਬੈਟਲ ਆਫ ਪਲਾਸੀ ਦੇ ਵਿੱਚ ਜੋ ਕਲਾਈਵ ਹੈਗਾ ਉਹ ਪੂਰੀ ਤਰ੍ਹਾਂ ਜਿੱਤ ਜਾਂਦਾਗਾ ਔਰ ਜੋ ਸਿਰਾਜੂਦੌਲਾ ਗਾ ਉਹ ਬੁਰੀ ਤਰ੍ਹਾਂ ਹਾਰ ਜਾਂਦਾਗਾ। ਸੋ ਇਸ ਦੇ ਹਾਰਨ ਦੇ ਠੀਕ ਹੈ ਸਿਰਾਜੂਦੌਲਾ ਹਾਰਨ ਵਾਲਾ ਨਹੀਂ ਸੀ ਪਰ ਇਸ ਦੇ ਹਾਰਨ ਦੇ ਪਿੱਛੇ ਵੀ ਕਈ ਕਾਰਨ ਸੀਗੇ। ਸੋ ਉਹਨਾਂ ਪ੍ਰਮੁੱਖ 3 ਰੀਜ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਜੋ ਸਿਰਾਜੂਦੌਲਾ ਦਾ ਸੈਨਾਪਤੀ ਸੀਗਾ ਮੀਰ ਕਾਸਿਮ, ਜੋ ਮੀਰ ਕਾਸਿਮ ਹੈਗਾ ਇਹ ਕਿਹਦੇ ਨਾਲ ਮਿਲ ਜਾਂਦਾਗਾ, ਇਹ ਮਿਲ ਜਾਂਦਾ ਜਾ ਕੇ ਕਲਾਈਵ ਨਾਲ। ਸੋ ਆਪਾਂ ਨੈਕਸਟ ਦੇਖਦੇ ਹਾਂ ਕਿ ਜੋ ਆਪਣੇ ਕੋਲੇ ਰਾਏ ਦੁਰਲਭ ਸੀਗਾ, ਇਹ ਕੀ ਸੀਗਾ, ਰਾਏ ਦੁਰਲਭ ਕੌਣ ਸੀਗਾ, ਇਹ ਮੰਤਰੀ ਹੈਗਾ ਸੀ ਜੀ ਆਪਣੇ ਕੋਲ ਸਿਰਾਜੂਦੌਲਾ ਦਾ। ਸੋ ਜੋ ਰਾਏ ਦੁਰਲਭ ਹੈ ਇਹ ਬੰਦਾ ਵੀ ਕਿਹਦੇ ਨਾਲ ਜਾ ਕੇ ਮਿਲ ਜਾਂਦਾਗਾ, ਕਲਾਈਵ ਨਾਲ। ਔਰ ਜੋ ਥਰਡ ਜੋ ਸਿਰਾਜੂਦੌਲਾ ਦੀ ਹਾਰ ਦਾ ਕਾਰਨ ਬਣਦਾਗਾ ਉਹ ਕੀ ਬਣਦਾਗਾ ਕਿ ਜੋ ਸਿਰਾਜੂਦੌਲਾ ਦੀ ਸੈਨਾ ਸੀ ਉਹ ਕੀ ਕਾਹਦੇ ਨਾਲ ਲੜਦੀ ਸੀਗੀ, ਉਹ ਲੜ ਰਹੀ ਸੀਗੀ ਸਵੋਰਡਸ ਨਾਲ ਯਾਨੀ ਕਿ ਤਲਵਾਰਾਂ ਨਾਲ, ਜਦ ਕਿ ਜੋ ਆਪਣੇ ਕੋਲ ਕਲਾਈਵ ਦੀ ਜੋ ਸੈਨਾ ਸੀ ਉਹ ਕਿਹਦੇ ਨਾਲ ਲੜ ਰਹੀ ਸੀਗੀ, ਰਾਈਫਲਸ ਨਾਲ। ਸੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜੋ ਸਿਰਾਜੂਦੌਲਾ ਗਾ ਉਹ ਬੁਰੀ ਤਰ੍ਹਾਂ ਗਦਾਰੀ ਕਾਰਨ ਔਰ ਠੀਕ ਹੈ ਘਾਟ ਕਾਰਨ ਕਹਿ ਲਓ ਹਥਿਆਰਾਂ ਦੀ ਕਾਰਨ ਹਾਰ ਜਾਂਦਾਗਾ ਔਰ ਜੋ ਕਲਾਈਵ ਹੈ ਉਹ ਸਿਰਾਜੂਦੌਲਾ ਦੀ ਹੱਤਿਆ ਕਰਵਾ ਦਿੰਦਾਗਾ। ਸੋ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇੱਥੇ ਕੀ ਹੈਗਾ ਕਲਾਈਵ ਦੀ ਜਿੱਤ ਹੋ ਜਾਂਦੀ ਹੈਗੀ ਔਰ ਅੰਗਰੇਜ਼ਾਂ ਦਾ ਜੋ ਪ੍ਰਭਾਵ ਹੈਗਾ ਉਹ ਵਧਣਾ ਸ਼ੁਰੂ ਹੋ ਜਾਂਦਾਗਾ। ਸੋ ਇਹ ਸੀ ਆਪਣੀ ਠੀਕ ਹੈ ਅੱਜ ਦੀ ਕਲਾਸ। ਸੋ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਠੀਕ ਹੈ, ਇਸੇ ਤਰ੍ਹਾਂ ਇਸ ਕਲਾਸ ਨੂੰ ਕੰਟੀਨਿਊ ਕਰਾਂਗੇ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ। ਗਿੱਲ ਸਮਾਰਟ ਸਟੱਡੀ ਦੇ ਨਾਲ ਜੁੜੇ ਰਹਿਣ।